ਆਪਾਂ ਪਲਾਸਟਿਕ ਦੀ ਬੋਤਲ ਦੀ ਗੱਲ ਕਰੀਏ, ਜਦੋਂ ਇਹ ਗਰਮਾਹਟ ਵੱਲ ਗਈ ਕੀ ਹੋਏਗਾ ਕਿ ਇਹਦੇ ਜਿਹੜੇ ਮਾਈਕਰੋ ਪਲਾਸਟਿਕ ਉੱਪਰ ਦੀ ਲੇਅਰ ਹੈ ਉਹ ਪਾਣੀ 'ਚ ਡਿਸੋਲਵ ਹੋਣੇ ਸ਼ੁਰੂ ਹੋ ਜਾਣਗੇ। ਫ੍ਰੀ ਰੈਡੀਕਲ ਸਾਡੇ ਸੈਲਸ ਦੀ ਮਿਊਟੇਸ਼ਨ ਕਰਦੇ ਨੇ, ਸੈਲਸ ਦੇ ਡੀਐਨਏ ਨੂੰ ਇਦਾਂ ਤੋੜ ਮਰੋੜ ਦਿੰਦੇ ਨੇ ਕਿ ਉਹਨੂੰ ਸਮਝ ਨਹੀਂ ਆਉਂਦੀ ਕਿ ਕਿੰਨਾ ਵਧਣਾ ਹੈ। ਉਹ ਵਧੀ ਜਾਂਦਾ ਤੇ ਕਾਫੀ ਸਾਰਾ ਪਾਰਟ ਬਣ ਜਾਂਦਾ ਜਿਹਨੂੰ ਆਪਾਂ ਕਹਿੰਦੇ ਕੈਂਸਰ। ਜਿਹਨੂੰ ਆਪਾਂ ਮੈਗਨੀਸ਼ੀਅਮ ਸਲਫੇਟ ਕਹਿੰਦੇ ਹਾਂ। ਹੁਣ ਸਾਡੀ ਜਿਹੜੀ ਬੋਡੀ ਹੈ, ਸਾਡੀ ਸਕਿਨ ਹੈ, ਇਹ ਸਾਹ ਵੀ ਲੈਂਦੀ ਹੈ ਤੇ ਚੀਜ਼ਾਂ ਐਬਜ਼ੌਰਬ ਵੀ ਕਰ ਸਕਦੀ ਹੈ। ਜਦੋਂ ਇਹਦੇ ਉੱਪਰ ਲੱਗੇਗਾ ਸਾਡੀ ਬੋਡੀ, ਸਾਡੀ ਸਕਿਨ ਮੈਗਨੀਸ਼ੀਅਮ ਨੂੰ ਐਬਜ਼ੌਰਬ ਕਰ ਸਕਦੀ ਹੈ। ਮੈਗਨੀਸ਼ੀਅਮ ਕੀ ਕਰਦਾ ਹੈ, ਜਿਹੜੇ ਸਟ੍ਰੈਸਡ ਮਸਲਸ ਹੁੰਦੇ ਉਹਨਾਂ ਨੂੰ ਰਿਲੈਕਸ ਕਰਦਾ ਹੈਗਾ। ਉਹਦੇ ਨਾਲ ਕੀ ਹੁੰਦਾ, ਤੁਹਾਡੀ ਬੋਡੀ ਦੇ ਅਗੇਨ ਸਟ੍ਰੈਸ ਹਾਰਮੋਨ ਘਟ ਜਾਏਗਾ। ਜੇ ਤੁਸੀਂ ਸਪੋਜ਼ ਕਰੋ ਮਹੀਨਾ ਕਣਕ ਹੀ ਖਾਧੀ ਤਾਂ ਤੁਸੀਂ ਯੂ ਆਰ ਸਟਕ। ਔਨ ਦਾ ਅਦਰ ਹੈਂਡ ਇਹਦੇ ਵਿੱਚ ਗਲੂਟਨ ਜ਼ਿਆਦਾ ਹੈ, ਅਸੀਂ ਐਲਰਜਿਕ ਹੋ ਜਾਵਾਂਗੇ ਟੁਵਰਡਸ ਗਲੂਟਨ, ਜਿਹਨੂੰ ਆਪਾਂ ਕਹਿੰਦੇ ਹਾਂ ਵੀਟ ਐਲਰਜੀ। ਆਕਸੀਜਨੇਟਡ ਏਰੀਆ ਦੇ ਵਿੱਚ ਤੁਹਾਡੇ ਜਿਹੜੇ ਬਿਮਾਰੀਆਂ ਨਹੀਂ ਪੈਦਾ ਹੁੰਦੀਆਂ, ਡੀਆਕਸੀਜਨੇਟਡ ਦੇ ਵਿੱਚ ਹੁੰਦੀਆਂ ਹੈਗੀਆਂ। ਸੋ ਜਦੋਂ ਤੁਸੀਂ ਇਹ ਪੀਓਗੇ ਤੁਹਾਡੀ ਬੋਡੀ ਦੀ ਐਸਿਡਿਟੀ ਖਤਮ ਹੋ ਜਾਏਗੀ, ਯੂ ਵਿਲ ਫੀਲ ਮੋਰ એનર્ਜੈਟਿਕ, ਸਾਹ ਚੜਨਾ ਘਟ ਜਾਏਗਾ। ਸਤਿ ਸ਼੍ਰੀ ਅਕਾਲ, ਵਨ ਇੰਡੀਆ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਅਮਨਦੀਪ। ਦੋਸਤੋ, ਜਦੋਂ ਵੀ ਖਾਣ ਪੀਣ ਦਾ ਜ਼ਿਕਰ ਆਉਂਦਾ ਹੈ ਤਾਂ ਸਾਡੇ ਜ਼ਿਹਨ ਦੇ ਵਿੱਚ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਕਿ ਕਿਸੇ ਵੀ ਚੀਜ਼ ਨੂੰ ਅਸੀਂ ਖਾਂਦੇ ਆ ਨਾ ਤਾਂ ਸਾਡਾ ਖਾਣ ਪੀਣ ਜਿਵੇਂ ਜਿਵੇਂ ਬਦਲਦਾ ਜਾ ਰਿਹਾ, ਅਸੀਂ ਆਪਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਹਾਂ। ਔਰ ਜਦੋਂ ਵੀ ਅਸੀਂ ਚੀਜ਼ਾਂ ਦੇਖਦੇ ਹਾਂ ਜਾਂ ਅਸੀਂ ਖਰੀਦਦੇ ਹਾਂ ਜਾਂ ਅਸੀਂ ਖਾਂਦੇ ਹਾਂ ਨਾ ਤਾਂ ਸਾਡੇ ਜ਼ਿਹਨ ਦੇ ਵਿੱਚ ਇਹ ਹੁੰਦਾ ਕਿ ਇਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ। ਜਿਵੇਂ ਮੰਨ ਲਓ ਫਰੂਟ ਦਾ ਹੀ ਜ਼ਿਕਰ ਕਰਾਂ ਤਾਂ ਜਦੋਂ ਅਸੀਂ ਬਾਲਾ ਰੈੱਡ ਐਪਲ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਕਿ ਕਲਰ ਨਾ ਹੋਵੇ, ਵੱਡਾ ਫਰੂਟ ਦੇਖ ਲਈਏ ਤਾਂ ਇੰਜੈਕਟ ਨਾ ਹੋਵੇ, ਹੈ ਨਾ। ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਸਾਰੀਆਂ ਮਿਲਾਵਟਾਂ ਹੋ ਗਈਆਂ ਨੇ ਜੋ ਸਾਡੀ ਸਿਹਤ ਦੇ ਲਈ ਹਾਨੀਕਾਰਕ ਹੈ। ਪਰ ਅੱਜ ਜਿੱਥੇ ਤੁਹਾਨੂੰ ਲੈ ਕੇ ਆਏ ਆ ਨਾ, ਉੱਥੇ ਫੁੱਲੀ ਆਰਗੈਨਿਕ ਔਰ ਫੁੱਲੀ ਸਾਫ਼ ਸੁਥਰਾ ਖਾਣਾ ਜਿਹੜਾ ਹੈ ਪ੍ਰੋਵਾਈਡ ਕਰਵਾਇਆ ਜਾਂਦਾ। ਔਰ ਕੀ ਹੈ ਇੰਟੈਲੀਜੈਂਟ ਲਿਵਿੰਗ ਵੱਲ ਜਿਹੜਾ ਸਾਨੂੰ ਲੈ ਕੇ ਜਾ ਰਹੇ ਨੇ ਅਨੁਰਾਗ ਅਰੋੜਾ ਜਿਹੜੇ ਨੇ ਉਹ ਓਨਰ ਨੇ ਮਿੰਕ ਆਰਗੈਨਿਕ ਦੇ। ਆਓ ਚੱਲਦੇ ਹਾਂ, ਮੁਲਾਕਾਤ ਕਰਦੇ ਹਾਂ। ਸੋ ਬਹੁਤ ਬਹੁਤ ਸਵਾਗਤ ਹੈ ਵਨ ਇੰਡੀਆ ਪੰਜਾਬੀ ਤੇ ਅਨੁਰਾਗ ਜੀ। ਥੈਂਕ ਯੂ ਜੀ, ਥੈਂਕ ਯੂ। ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਚੀਜ਼ਾਂ ਜਿਹੜੀਆਂ ਨੇ ਅੱਜ ਕੱਲ੍ਹ ਇੰਨੀ ਮਿਲਾਵਟੀ ਹੋ ਗਈਆਂ ਨੇ ਕਿ ਸਾਡੀ ਸਿਹਤ ਦੇ ਲਈ ਬਹੁਤ ਹਾਨੀਕਾਰਕ ਆ। ਇੰਟੈਲੀਜੈਂਟ ਲਿਵਿੰਗ ਵੱਲ ਤੁਸੀਂ ਲੈ ਕੇ ਜਾ ਰਹੇ ਹੋ। ਜਾਣਾ ਡਿਫੈਂਸ ਵੱਲ ਸੀਗਾ, ਪਹਿਲਾਂ ਥੋੜ੍ਹਾ ਜਿਹਾ ਅਨੁਰਾਗ ਜੀ ਬਾਰੇ ਵੀ ਜ਼ਰੂਰ ਦੱਸਾਂਗੇ। ਜਾਣਾ ਡਿਫੈਂਸ ਵੱਲ ਸੀਗਾ। ਸੋ ਪਿਛੋਕੜ ਖੇਤੀਬਾੜੀ ਨਹੀਂ ਹੈਗਾ। ਸੋ ਇਹ ਕਿਵੇਂ ਜਿਹੜਾ ਤੁਸੀਂ ਫਾਰਮਿੰਗ ਦਾ ਮਿੰਕ ਟਰਮ ਬਾਰੇ ਜ਼ਰੂਰ ਦੱਸੋ, ਫਿਰ ਆਰਗੈਨਿਕ ਫਾਰਮਿੰਗ ਵੱਲ ਕਿਵੇਂ ਆਏ? ਮੈਮ, ਜਿਹੜੀਆਂ ਤਿੰਨ ਸਾਡੀਆਂ ਬੇਸਿਕ ਨੈਸੈਸਿਟੀਜ਼ ਨੇ ਉਹ ਹੈ ਰੋਟੀ, ਕੱਪੜਾ ਤੇ ਮਕਾਨ। ਰੋਟੀ ਜਿਹੜੀ ਅਸੀਂ ਖਾਂਦੇ ਹਾਂ ਉਹਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ। ਹਰ ਬੰਦਾ ਕਹਿੰਦੇ ਕੰਮ ਰੋਟੀ ਵਾਸਤੇ ਕਰ ਰਿਹਾ ਹੈਗਾ ਤੇ ਉਹ ਹੱਕ ਦੀ ਖਾਣੀ ਚਾਹੀਦੀ ਹੈ। ਪਰ ਜਿਹੜੇ ਹੁਣ ਕਿਉਂਕਿ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ, ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਮਿਲਾਵਟ ਕਰਨੀ ਸ਼ੁਰੂ ਕਰਤੀ ਤਾਂ ਜੋ ਪ੍ਰੋਫਿਟ ਵੱਧ ਸਕੇ, ਤੇ ਇਸ ਬਾਰੇ ਨਹੀਂ ਸੋਚਦੇ ਕਿ ਬੰਦੇ ਦਾ ਨੁਕਸਾਨ ਹੋਣਾ। ਤੁਸੀਂ ਆਪਣੀ ਫੈਮਿਲੀ ਵਾਸਤੇ ਜਿਹੜੇ ਵੀ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਇਸ ਟਾਈਮ ਤੇ, ਉਹ ਬੇਸਿਕਲੀ ਕੋਈ ਵੀ ਜ਼ਹਿਰ ਨਹੀਂ ਖਾਣਾ ਚਾਹੁੰਦਾ, ਕੋਈ ਵੀ ਚੂਹੇ ਦੀ ਮੌਤ ਨਹੀਂ ਮਰਨਾ ਚਾਹੁੰਦਾ ਹੈਗਾ। ਤੇ ਉਹਦੇ ਵਾਸਤੇ ਅਸੀਂ ਕੀ ਕਰ ਰਹੇ ਹਾਂ? ਅਸੀਂ ਕੁਛ ਨਹੀਂ ਕਰ ਰਹੇ। ਅਸੀਂ ਸਿਰਫ ਛੱਡਿਆ ਹੋਇਆ ਏਜੰਸੀਆਂ ਤੇ ਲੋਕਾਂ ਤੇ ਕਿ ਬਈ ਆਪਣੇ ਆਪ ਕੋਈ ਨਾ ਕੋਈ ਦੇਖੇਗਾ, ਬਟ ਕੋਈ ਨਹੀਂ ਦੇਖ ਰਿਹਾ। ਸੋ ਜਦੋਂ ਮੈਂ ਖਾਣਾ ਪਿਓਰ ਲੱਭਣ ਨਿਕਲਿਆ, ਉਹ ਲੱਭਦੇ ਮੈਂ ਕੰਮ ਸ਼ੁਰੂ ਕਰ ਲਿਆ ਕਿਉਂਕਿ ਮੈਨੂੰ ਮੈਮ ਕਿਤੇ ਕੋਈ ਜਵਾਬ ਨਹੀਂ ਦੇ ਸਕਿਆ। ਜਦੋਂ ਮੈਂ ਪੁੱਛਦਾ ਸੀ ਕਿ ਵੀ ਇਹ ਪਿਓਰ ਆਊਗਾ ਸੀ ਕਿ ਜੋ ਉੱਪਰ ਲਿਖਿਆ ਉਹ ਸਹੀ ਹੈ, ਤੁਸੀਂ ਕੰਪਨੀ ਦੀ ਕਸਟਮਰ ਕੇਅਰ ਨੂੰ ਫੋਨ ਕਰੋ, ਉਹ ਚੁੱਕਦੇ ਨਹੀਂ ਸੀਗੇ। ਫਿਰ ਤੁਸੀਂ ਜੇ ਕਣਕ ਬਾਰੇ ਪੁੱਛੋ, ਜੀ ਸਾਨੂੰ ਨਹੀਂ ਪਤਾ ਹੈਗਾ। ਮੈਂ ਕਹਿਣ ਦਾ ਮਤਲਬ ਆਪਾਂ ਜੀ ਬੇਸਿਕ ਤੋਂ ਬੇਸਿਕ ਤੇ ਵੱਡੇ ਤੋਂ ਵੱਡਾ ਸਵਾਲ ਕਰੀਏ, ਨੋ ਵਨ ਇਜ਼ ਦੇਅਰ ਟੂ ਆਨਸਰ। ਤੇ ਆਪਾਂ ਜਿਹੜੀ ਚੀਜ਼ ਮੂੰਹ ਦੇ ਅੰਦਰ ਪਾ ਰਹੇ ਜਿਹਦੇ ਬਾਰੇ ਆਪਾਂ ਸਵਾਲ ਵੀ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਕੁਝ ਸਹੀ ਨਹੀਂ ਕਰ ਰਹੇ ਹੈਗੇ। ਇਹੀ ਚੀਜ਼ ਦੇ ਵੱਲੋਂ ਮੈਂ ਲੱਭਦੇ ਆਪ ਅਸੀਂ ਕੰਮ ਸ਼ੁਰੂ ਕੀਤਾ। ਅਸੀਂ ਆਪ ਆਟਾ ਬਣਾਉਣਾ ਸ਼ੁਰੂ ਕੀਤਾ, ਅਸੀਂ ਆਪ ਹੌਲੀ ਖੇਤੀ ਕਰਨੀ ਸ਼ੁਰੂ ਕਰਤੀ। ਤੇ ਤੁਸੀਂ ਕਹਿੰਦੇ ਪਿਛੋਕੜ ਖੇਤੀ ਨਹੀਂ ਹੈ, ਵੈਸੇ ਤਾਂ ਦੇਖਿਆ ਜਾਏ ਤਾਂ ਸਾਰਿਆਂ ਦਾ ਪਿਛੋਕੜ ਖੇਤੀ ਸੀਗਾ ਪੁਰਾਣੇ ਟਾਈਮ 'ਚ ਦੇਖਿਆ ਜਾਏ, ਬਟ ਇਵੈਂਚੁਅਲੀ ਲੋਕਾਂ ਨੇ ਆਪਣੇ ਕਿੱਤੇ ਬਦਲ ਲਏ, ਕੰਮ ਵੰਡ ਲਏ। ਤੇ ਮੈਂ ਇਹ ਸੋਚਿਆ ਕਿਉਂ ਨਾ ਮੈਂ ਵੀ ਆਪਣਾ ਕਿੱਤਾ ਬਦਲ ਕੇ ਖੇਤੀ ਵੱਲ ਕਰ ਲਾਂ, ਕਿਉਂਕਿ ਉਹ ਬਹੁਤ ਇੰਪੋਰਟੈਂਟ ਸੈਕਟਰ ਹੈ। ਅੱਜ ਦੀ ਡੇਟ 'ਚ ਮੇਰੀ ਫੈਮਿਲੀ, ਮੇਰੇ ਬੱਚੇ, ਮੇਰੇ ਨਾਲ ਜਿਹੜੇ ਵੀ ਜੁੜੇ ਹੋਏ ਨੇ ਉਹ ਇੱਕ ਅੱਛਾ ਖਾਣਾ ਖਾ ਰਹੇ ਨੇ ਤੇ ਆਈ ਫੀਲ ਪ੍ਰਾਊਡ ਆਫ ਇਟ। ਸੈਕੰਡਲੀ, ਜਿਹੜੀ ਤੁਸੀਂ ਮਿੰਕ ਦੀ ਗੱਲ ਕੀਤੀ, ਮਿੰਕ ਦਾ ਮੈਮ ਇੰਗਲਿਸ਼ ਵਰਡ ਹੈ ਮਾਰਕ ਇਨ ਕਾਈਜ਼ਨ। ਜਿੱਥੇ ਮੈਂ ਪਹਿਲਾਂ ਜੌਬ ਕਰ ਰਿਹਾ ਸੀ ਉਹਦੇ ਵਿੱਚ ਅਸੀਂ 5S ਟੈਕਨੋਲੋਜੀ ਯੂਜ਼ ਕਰਦੇ ਸੀਗੇ। ਜਾਪਾਨੀ ਅਸੀਂ ਇੱਕ ਟਰਮ ਹੈਗੀ ਕਾਈਜ਼ਨ, ਕੰਟੀਨਿਊਸ ਇੰਪਰੂਵਮੈਂਟ, ਕਿ ਹਰ ਵੇਲੇ ਅਸੀਂ ਕੁਛ ਨਾ ਕੁਛ ਇੰਪਰੂਵਾਈਜ਼ੇਸ਼ਨ ਕਰਨੀ, ਇੰਪਰੂਵਮੈਂਟ ਕਰਨੀ। ਤੇ ਅਸੀਂ ਉਹਦੇ ਨਾਮ ਤੇ ਕੰਪਨੀ ਸ਼ੁਰੂ ਕੀਤੀ ਕਿ ਅਸੀਂ ਹੌਲੀ ਹਰ ਚੀਜ਼ ਦੇ ਵਿੱਚ ਇੰਪਰੂਵਮੈਂਟ ਕਰਾਂਗੇ। ਤੇ ਜੋ ਸਾਡਾ ਇੱਕ ਨਾਰਾ ਜਾਂ ਸਾਡਾ ਸਲੋਗਨ ਕਹਿ ਲਓ ਹੈ ਪ੍ਰਮੋਟਿੰਗ ਇੰਟੈਲੀਜੈਂਟ ਲਿਵਿੰਗ, ਕਿ ਅਸੀਂ ਚਾਹੁੰਦੇ ਹਾਂ ਕਿ ਲੋਕੀ ਜਾਗਰੂਕ ਹੋਣ, ਲੋਕੀ ਇੰਟੈਲੀਜੈਂਟ ਚੋਇਸਿਸ ਕਰਨ, ਤੁਹਾਨੂੰ ਸਮਝ ਹੋਵੇ, ਅਵੇਅਰਨੈਸ ਹੋਵੇ ਚੀਜ਼ਾਂ ਬਾਰੇ, ਆਪਣੇ ਜੋ ਤੁਸੀਂ ਖਾ ਰਹੇ ਹੋ ਉਹਦੇ ਬਾਰੇ, ਜਿਹੜੇ ਖਾਦ ਪਦਾਰਥ ਹੈ ਉਹਨਾਂ ਬਾਰੇ, ਤੇ ਤੁਸੀਂ ਉਸ ਇੰਟੈਲੀਜੈਂਸ ਨਾਲ ਚੂਜ਼ ਕਰੋ ਕਿ ਕੀ ਤੁਸੀਂ ਖਾਣਾ ਕੀ ਨਹੀਂ ਖਾਣਾ। ਸੋ ਇਹਦੇ ਉੱਪਰ ਅਸੀਂ ਕੰਮ ਕਰ ਰਹੇ ਹਾਂ। ਅੱਛਾ,
ਖਾਣੇ ਦੇ ਬਾਰੇ ਆਪਾਂ ਜ਼ਿਕਰ ਕਰ ਰਹੇ ਹਾਂ, ਖਾਣਾ ਓਬਵੀਅਸਲੀ ਪਿਓਰ ਖਾਣਾ ਚਾਹੀਦਾ ਜੋ ਤੁਸੀਂ ਪ੍ਰੋਵਾਈਡ ਵੀ ਕਰਾ ਰਹੇ ਹੋ, ਬਹੁਤ ਵਧੀਆ ਗੱਲ ਹੈ। ਮੈਨੂੰ ਹੁੰਦਾ ਕਿ ਮੈਂ ਪਾਣੀ ਪੀਂਦੀ ਰਵਾਂ, ਹੈ ਨਾ, ਵੀ ਮੈਂ ਹਾਈਡਰੇਟ ਰਵਾਂ, ਪਰ ਬਿਹਾਈਂਡ ਦਾ ਕੈਮਰਾ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਕਿ ਪਾਣੀ ਮੈਂ ਪਲਾਸਟਿਕ ਦੀ ਬੋਟਲ 'ਚ ਕੈਰੀ ਕੀਤਾ ਸੀ, ਸੋ ਮੈਂ ਪਲਾਸਟਿਕ ਦੀ ਬੋਟਲ ਤਾਂ ਕੈਰੀ ਕਰ ਲਈ, ਪਰ ਹੁਣ ਜਿਵੇਂ ਤੁਸੀਂ ਉਹ ਦੱਸ ਰਹੇ ਹੋ, ਹੈ ਨਾ, ਵੀ ਪਲਾਸਟਿਕ ਦੀ ਬੋਟਲ ਵੀ ਹਾਨੀਕਾਰਕ ਹੈ, ਉਸ ਚੀਜ਼ ਬਾਰੇ ਜ਼ਰੂਰ ਮੈਂ ਕਹਿੰਦੀ ਦਰਸ਼ਕਾਂ ਨੂੰ ਦੱਸਿਓ, ਕਿਉਂਕਿ ਅਸੀਂ ਜਦੋਂ ਦੁਕਾਨ ਤੋਂ ਵੀ ਖਰੀਦਦੇ ਹਾਂ ਨਾ, ਅਸੀਂ ਪਲਾਸਟਿਕ ਦੀ ਬੋਟਲ ਖਰੀਦਦੇ ਹਾਂ। ਮੈਮ ਜਿਹੜਾ ਪਲਾਸਟਿਕ ਹੈ ਉਹਦਾ ਇੱਕ ਮੈਲਟਿੰਗ ਪੁਆਇੰਟ ਹੈ, ਤੇ ਉਹ ਬਹੁਤ ਜਲਦੀ, ਤੁਸੀਂ ਮਾਚਿਸ ਦੀ ਤੀਲੀ ਵੀ ਜੇ ਪਲਾਸਟਿਕ ਤੇ ਲਾਓਗੇ ਉਹ ਝਮੋਰੀ ਕੱਢ ਦੇਗੀ। ਤੁਸੀਂ ਮਾਚਿਸ ਦੀ ਤੀਲੀ ਬਾਲ ਕੇ ਸਟੀਲ ਤੇ ਲਾਓ, ਲੋਹੇ ਤੇ ਲਾਓ, ਉਹ ਨਹੀਂ ਕੱਢੇਗੀ। ਸੋ ਆਪਾਂ ਇੱਕ ਬੇਸਿਕ, ਜੇ ਆਪਾਂ ਟੈਕਨੀਕਲ ਗੱਲ ਨਾ ਕਰੀਏ, ਆਪਾਂ ਬੇਸਿਕ ਜਨਰਲ ਗੱਲ ਕਰੀਏ ਕਿ ਜਿਹੜਾ ਇਹ ਪਦਾਰਥ ਹੈ ਇਹ ਜਲਦੀ ਪਿਘਲਦਾ। ਸੋ ਜਦੋਂ ਇਹ ਤੁਹਾਡੀ, ਜੇ ਆਪਾਂ ਪਲਾਸਟਿਕ ਦੀ ਬੋਤਲ ਦੀ ਗੱਲ ਕਰੀਏ, ਇਹ ਟੈਂਪਰੇਚਰ ਠੰਡੇ 'ਚ ਹੈ, ਇਹਨੂੰ ਕੋਈ ਪ੍ਰੋਬਲਮ ਨਹੀਂ, ਇਟਸ ਓਕੇ। ਜਦੋਂ ਇਹ ਗਰਮਾਹਟ ਵੱਲ ਗਈ, ਗਰਮੀ ਵੱਲ ਗਈ, ਤੇ ਕੀ ਹੋਏਗਾ ਕਿ ਇਹਦੇ ਜਿਹੜੇ ਮਾਈਕਰੋ ਪਲਾਸਟਿਕ ਉੱਪਰ ਦੀ ਲੇਅਰ ਹੈ ਉਹ ਪਾਣੀ 'ਚ ਡਿਜ਼ੋਲਵ ਹੋਣੇ ਸ਼ੁਰੂ ਹੋ ਜਾਣਗੇ, ਬਾਡੀ ਉਹਦੇ ਨਾਲ ਲੜੇਗੀ, ਪਰ ਜਦੋਂ ਉਹਨੂੰ ਕੁਝ ਨਹੀਂ ਕਰ ਪਾਏਗੀ ਉਹਨੂੰ ਆਪਾਂ ਕਹਾਂਗੇ ਫ੍ਰੀ ਰੈਡੀਕਲ, ਉਹ ਫ੍ਰੀ ਰੈਡੀਕਲਸ ਦੇ ਵਿੱਚ ਬਣ ਜਾਏਗੀ। ਤੇ ਫ੍ਰੀ ਰੈਡੀਕਲਸ ਕੀ ਕਰਦੇ ਨੇ? ਫ੍ਰੀ ਰੈਡੀਕਲਸ ਸਾਡੇ ਸੈਲਸ ਦੀ ਮਿਊਟੇਸ਼ਨ ਕਰਦੇ ਨੇ, ਸੈਲਸ ਦੇ DNA ਨੂੰ ਇੱਦਾਂ ਤੋੜ ਮਰੋੜ ਦਿੰਦੇ ਨੇ ਕਿ ਉਹਨੂੰ ਸਮਝ ਨਹੀਂ ਆਉਂਦੀ ਕਿ ਕਿੰਨਾ ਵਧਣਾ ਹੈ, ਉਹ ਵਧੀ ਜਾਂਦਾ ਤੇ ਕਾਫੀ ਸਾਰਾ ਪਾਰਟ ਬਣ ਜਾਂਦਾ ਜਿਹਨੂੰ ਆਪਾਂ ਕਹਿੰਦੇ ਕੈਂਸਰ। ਸੋ ਇਦਾਂ ਇਸ ਚੀਜ਼ ਦਾ ਇਦਾਂ ਨੁਕਸਾਨ ਹੈ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਮਿੱਟੀ ਦੀ, ਹੁਣ ਮਿੱਟੀ ਦੇ ਵਿੱਚ ਹੁੰਦੇ ਤੱਤ ਪੌਸ਼ਟਿਕ, ਤੇ ਜੇ ਮਿੱਟੀ ਆਪਣੇ ਮੂੰਹ ਦੇ ਅੰਦਰ ਚੱਲ ਕਹਿੰਦੇ ਤੁਹਾਡਾ ਬੱਚਾ ਮਿੱਟੀ ਖਾਂਦਾ ਹੈ ਜੀ, ਤੇ ਉਹ ਠੀਕ ਰਹਿੰਦੇ ਨੇ, ਬੱਚੇ ਜਿਹੜੇ ਮਿੱਟੀ ਖੇਡਦੇ ਮਿੱਟੀ ਖਾ ਵੀ ਜਾਂਦੇ। ਕਿਉਂ? ਕਿਉਂਕਿ ਮਿੱਟੀ ਇੱਕ ਨੈਚੁਰਲ ਚੀਜ਼ ਆ, ਮਿੱਟੀ ਸਾਡੀ ਬਾਡੀ ਵਿੱਚੋਂ ਸਾਨੂੰ ਤੰਗ ਕੀਤੇ ਬਿਨਾਂ ਨਿਕਲ ਸਕਦੀ ਹੈ। ਔਨ ਦਾ ਅਦਰ ਹੈਂਡ ਜਿਹੜੀ ਮਿੱਟੀ ਦੇ ਵਿੱਚ ਨਿਊਟ੍ਰੀਸ਼ਨ ਹੈ ਉਹ ਵੀ ਸਾਡੀ ਬਾਡੀ ਨੂੰ ਮਿਲੇਗਾ। ਸੋ ਜੇ ਆਪਾਂ ਪੱਕੀ ਹੋਈ ਮਿੱਟੀ ਦੀ ਪਾਣੀ ਦੀ ਬੋਟਲ ਦੇ ਵਿੱਚ ਪਾਣੀ ਰੱਖਦੇ ਹਾਂ, ਚਾਹੇ ਉਹਨੂੰ ਗਰਮੀ ਜਗ੍ਹਾ 'ਤੇ ਰੱਖੀਏ ਚਾਹੇ ਠੰਡੀ ਜਗ੍ਹਾ 'ਤੇ ਰੱਖੀਏ, ਉਹ ਤੁਹਾਨੂੰ ਖਰਾਬ ਨਹੀਂ ਕਰੇਗੀ। ਸੇਮ ਇਜ਼ ਦਾ ਕਿ ਹੁਣ ਇਹ ਭਾਰੀ ਹੋ ਜਾਂਦੀ ਹੈ, ਟੁੱਟਣ ਦਾ ਡਰ ਹੈ, ਤਾਂ ਆਪਣੇ ਕੋਲ ਦੂਜੀ ਆਪਸ਼ਨ ਹੈ ਸਟੇਨਲੈਸ ਸਟੀਲ। ਸਟੀਲ ਇਜ਼ ਬੇਸਿਕਲੀ ਆਇਰਨ ਐਂਡ ਕਾਰਬਨ ਮਿਕਸ ਐਲੋਏ ਹੁੰਦਾ ਹੈਗਾ। ਸੋ ਜਦੋਂ ਆਪਾਂ ਇਹ ਗੱਲ ਕਰਦੇ, ਇਹਦੇ ਵਿੱਚ ਸਟੀਲ ਯੂਜ਼ ਹੁੰਦਾ SS 304 ਦਾ, ਵਿਚ ਇਜ਼ ਵੈਰੀ ਕੰਫਰਟੇਬਲ, ਤੁਹਾਡਾ ਫੂਡ ਗ੍ਰੇਡ ਜਿਹਨੂੰ ਆਪਾਂ ਕਹਿੰਦੇ, ਤੁਹਾਨੂੰ ਖਰਾਬ ਨਹੀਂ ਕਰਦਾ। ਸੋ ਨਾ ਇਹਦੇ ਵਿੱਚ ਕੋਈ ਹੋਰ ਮੈਟਲ ਹੁੰਦਾ ਹੈਗਾ। ਸੋ ਕਹਿਣ ਦਾ ਮਤਲਬ ਹੈ ਇਹ ਜਿਹੜਾ ਤੁਹਾਨੂੰ ਬੈਨੀਫਿਟ ਦੇਗਾ, ਨੁਕਸਾਨ ਨਹੀਂ ਕਰੇਗਾ। ਸੋ ਨਾਓ ਹੁਣ ਤੁਹਾਨੂੰ ਇਸ ਚੀਜ਼ ਦੀ ਸਮਝ ਆ ਗਈ, ਤੁਸੀਂ ਜਦੋਂ ਨਹੀਂ ਯੂਜ਼ ਕਰਨਗੇ ਤੇ ਜੇ ਕਰੋਗੇ ਤਾਂ ਤੁਸੀਂ ਉਹਨੂੰ ਕਹੋਗੇ ਭਾਈ ਉਹ ਨਾ ਦੇ ਜਿਹੜੀ ਧੁੱਪ 'ਚ ਰੱਖੀ ਹੈ, ਅੰਦਰੋਂ ਕੱਢ ਕੇ ਜਿਹੜੀ ਠੰਡਕ ਤੇ ਹੋਵੇ। ਤੁਹਾਨੂੰ ਇਹ ਨਹੀਂ ਪਤਾ ਕਿ ਟਰੱਕ ਕਿੱਥੋਂ ਆਇਆ, ਟਰੱਕ ਗਰਮੀ ਸੀ ਨਹੀਂ ਸੀ। ਸੋ ਆਪਣੇ ਕੋਲ ਜਦੋਂ ਆਪਸ਼ਨ ਨਹੀਂ ਹੈ ਫਿਰ ਤੁਸੀਂ ਉਹਨੂੰ ਜ਼ਰੂਰ ਚੂਜ਼ ਕਰੋ। ਜਦੋਂ ਆਪਸ਼ਨ ਹੈ ਤਾਂ ਗੋ ਫॉर ਮਿੱਟੀ ਦੀ ਬੋਤਲ। ਘਰੇ ਮਿੱਟੀ ਦੇ ਘੜੇ ਸਾਡੇ ਵਰਤੇ ਰਹੇ ਨੇ, ਉਹਦੇ ਨਾਲ ਪਾਣੀ ਠੰਡਾ ਵੀ ਰਹਿੰਦਾ ਤੇ ਸਰਦੀਆਂ 'ਚ ਨਾਰਮਲ ਟੈਂਪਰੇਚਰ ਤੇ ਰਹਿੰਦਾ। ਸੋ ਇਹ ਇੰਟੈਲੀਜੈਂਟ ਲਿਵਿੰਗ ਹੈ ਜੀ। ਬਿਲਕੁਲ, ਔਰ ਇੰਟੈਲੀਜੈਂਟ ਲਿਵਿੰਗ ਦੀ ਗੱਲ ਹੋਈ ਹੈ ਤੇ ਬਹੁਤ ਖੂਬਸੂਰਤ ਇਨਫੋਰਮੇਸ਼ਨ ਜਿਹੜੀ ਤੁਸੀਂ ਸਾਨੂੰ ਦਿੱਤੀ ਹੈ, ਔਰ ਮੈਨੂੰ ਲੱਗਦਾ ਕਿ ਬਹੁਤ ਹੈਲਪਫੁਲ ਹੈ ਨਾ। ਅੱਛਾ, ਅੱਗੇ ਗੱਲ ਕਰਾਂ, ਅੱਜ ਦੇ ਟਾਈਮ ਦੇ ਵਿੱਚ ਨਾ ਅਸੀਂ ਬਹੁਤ ਸਟ੍ਰੈਸਫੁਲ ਲਾਈਫ ਜੀ ਰਹੇ ਹਾਂ, ਹੈ ਨਾ, ਹਰ ਕੋਈ ਸਟ੍ਰੈਸਡ ਹੈ, ਡਿਪਰੈਸਡ ਆ। ਇੱਥੇ ਨਮਕ ਦਾ ਜ਼ਿਕਰ ਕਰਨਾ ਚਾਹਾਂਗੇ। ਕਹਿੰਦੇ ਹੁੰਦੇ ਕਿ ਨਹਾਉਣ ਦੇ ਲਈ ਪਾਣੀ ਦੇ ਵਿੱਚ ਨਮਕ ਜਿਹੜਾ ਪਾਓ, ਹੈ ਨਾ। ਸੋ ਨਮਕ ਤੁਹਾਡੇ ਕੋਲ ਅਵੇਲੇਬਲ ਹੈ, ਉਸ ਨਮਕ ਬਾਰੇ ਵੀ ਜ਼ਰੂਰ ਦੱਸਿਓ। ਸਟ੍ਰੈਸ ਇਜ਼ ਬੇਸਿਕਲੀ ਜਦੋਂ ਸਾਡੀ ਬਾਡੀ ਦੇ ਸਟ੍ਰੈਸ ਹਾਰਮੋਨ ਵੱਧ ਜਾਂਦਾ ਤੇ ਉਹਨੂੰ ਆਪਾਂ ਕਹਿੰਦੇ ਆਪਾਂ ਸਟ੍ਰੈਸਡ ਕਹਿੰਦੇ ਆਪਾਂ ਉਹਨੂੰ। ਸਾਡੀ ਬਾਡੀ ਦੀ ਜਿਹੜੀ ਵਰਕਿੰਗ ਆ ਉਹ ਇੰਪੈਕਟ ਹੋਣ ਲੱਗ ਪੈਂਦੀ ਹੈ, ਆਪਾਂ ਲਿਥਾਰਜੀ ਹੋ ਜਾਂਦੇ ਹਾਂ, ਹਿੰਮਤ ਨਹੀਂ ਰਹਿੰਦੀ, ਵੀ ਫੀਲ ਲੋ। ਔਨ ਦਾ ਅਦਰ ਹੈਂਡ ਜੇ ਆਪਾਂ ਖੁਸ਼ ਹਾਂ, ਆਪਾਂ ਦੌੜੇ ਭੱਜੇ ਫਿਰਦੇ ਹੁੰਦੇ ਹਾਂ। ਕਹਿੰਦੇ ਪੈਰ ਨਾ ਲੱਗਣਾ ਥੱਲੇ, ਕਿਉਂ ਪੈਰ ਨਾ ਲੱਗਣਾ? ਮਤਲਬ ਕਿ ਇੰਨਾ ਤੁਹਾਡਾ એનર્ਜੀ ਲੈਵਲ ਵਧਿਆ ਹੋਇਆ, ਸਟ੍ਰੈਸ ਹਾਰਮੋਨ ਘੱਟ ਕੇ ਤੁਸੀਂ ਦੌੜੇ ਉੱਡੇ ਫਿਰਦੇ ਹੋ। ਔਨ ਦਾ ਅਦਰ ਹੈਂਡ ਜੇ ਤੁਸੀਂ ਸਟ੍ਰੈਸਡ ਹੈਗੇ ਹੋ, ਤੁਸੀਂ ਮੈਂ ਕਿਹਾ ਥੋੜ੍ਹੀ ਜਿਹੀ ਵੀ ਕੋਈ ਭਾਰ ਵੀ ਚੱਕਣਾ ਤੁਹਾਨੂੰ ਉਹ ਵੀ ਭਾਰਾ ਲੱਗਦਾ। ਸੋ ਆਪਾਂ ਸਟ੍ਰੈਸ ਹਾਰਮੋਨ ਘਟਾਉਣ ਵਾਸਤੇ ਕੀ ਕਰ ਸਕਦੇ ਹਾਂ? ਦੇਰ ਆਰ ਫੂਡਸ ਵਿਚ ਕੈਨ ਹੈਲਪ ਯੂ ਰਿਡਿਊਸ ਯੋਰ ਸਟ੍ਰੈਸ ਹਾਰਮੋਨ। ਜਿਵੇਂ ਪੇਠੇ ਦਾ ਜੂਸ, ਹਰੇ ਪੇਠਾ, ਜਿਹੜਾ ਇਹ ਹਰਾ ਪੇਠਾ ਹੈਗਾ, ਇਹਦਾ ਜਿਹੜਾ ਆਪਾਂ ਜੂਸ ਦੀ ਗੱਲ ਕਰੀਏ, ਇਟ ਰਿਲੀਵਸ ਯੋਰ ਸਟ੍ਰੈਸ। ਸਾਡੇ ਕੋਲ ਵੀਟ ਗ੍ਰਾਸ ਹੁੰਦਾ, ਵੀਟ ਗ੍ਰਾਸ ਦਾ ਜੇ ਆਪਾਂ ਜੂਸ ਦੀ ਗੱਲ ਕਰੀਏ, ਵੀਟ ਗ੍ਰਾਸ ਜਿਹੜਾ ਜੂਸ ਹੈਗਾ ਉਹਦੇ ਵਿੱਚ ਇੱਕ ਇੱਦਾਂ ਦਾ ਹਾਰਮੋਨ ਹੁੰਦਾ ਸਟ੍ਰੈਸ ਹਾਰਮੋਨ ਨੂੰ ਘਟਾਉਂਦਾ ਹੈ। ਸੋ ਇੱਦਾਂ ਦੀ ਚੀਜ਼ਾਂ ਵੀ ਆਪਾਂ ਐਡ ਕਰ ਸਕਦੇ ਹਾਂ। ਦੂਜੀ ਤੁਸੀਂ ਗੱਲ ਕੀਤੀ ਸਮ ਸਾਲਟ, ਜਿਹਨੂੰ ਆਪਾਂ ਮੈਗਨੀਸ਼ੀਅਮ ਸਲਫੇਟ ਕਹਿੰਦੇ ਹਾਂ। ਹੁਣ ਸਾਡੀ ਜਿਹੜੀ ਬਾਡੀ ਹੈ, ਸਾਡੀ ਸਕਿਨ ਹੈ, ਇਹ ਸਾਹ ਵੀ ਲੈਂਦੀ ਹੈ ਤੇ ਚੀਜ਼ਾਂ ਐਬਜ਼ੌਰਬ ਵੀ ਕਰ ਸਕਦੀ ਹੈ। ਹੁਣ ਜਿਹੜਾ ਇਹ ਜਦੋਂ ਇਹਦੇ ਉੱਪਰ ਲੱਗੇਗਾ, ਸਾਡੀ ਬਾਡੀ, ਸਾਡੀ ਸਕਿਨ ਮੈਗਨੀਸ਼ੀਅਮ ਨੂੰ ਐਬਜ਼ੌਰਬ ਕਰ ਸਕਦੀ ਹੈ। ਮੈਗਨੀਸ਼ੀਅਮ ਕੀ ਕਰਦਾ ਹੈ? ਜਿਹੜੇ ਸਟ੍ਰੈਸਡ ਮਸਲਸ ਹੁੰਦੇ ਉਹਨਾਂ ਨੂੰ ਰਿਲੈਕਸ ਕਰਦਾ ਹੈਗਾ। ਉਹਦੇ ਨਾਲ ਕੀ ਹੁੰਦਾ? ਤੁਹਾਡੀ ਬਾਡੀ ਦੇ ਅਗੇਨ ਸਟ੍ਰੈਸ ਹਾਰਮੋਨ ਘਟ ਜਾਏਗਾ, ਫਿਜ਼ੀਕਲ ਸਟ੍ਰੈਸ ਘਟੇਗਾ, ਐਂਡ ਯੂ ਵਿਲ ਫੀਲ ਮਚ ਮੋਰ ਐਕਟਿਵ ਐਂਡ ਯੂ ਵਿਲ ਫੀਲ ਲੈਸ ਸਟ੍ਰੈਸ। So this is how it works. ਅਸੀਂ ਆਟੇ ਦੀ ਰੋਟੀ ਖਾਂਦੇ ਹਾਂ, ਪਰ ਇੱਥੇ ਨਾ ਮੈਂ ਵੈਸੇ ਗੱਲ ਕਰਾਂ ਤਾਂ ਆਟੇ ਤੋਂ ਬਿਨਾਂ ਜਿੱਦਾਂ ਰਾਗੀ ਦਾ ਆਟਾ, ਕੁਝ ਮਿਕਸਚਰ ਹੁੰਦਾ, ਮਿਲਟ, ਉਸ ਟਰਮ ਦਾ ਵੀ ਜਿਹੜਾ ਜ਼ਿਕਰ ਜ਼ਰੂਰ ਕਰੋ ਔਰ ਉਹਦੇ ਬਾਰੇ ਵੀ ਦੱਸੋ। ਜਿਹੜਾ ਮੈਮ ਆਟਾ ਹੈਗਾ, ਅਸੀਂ ਦੇਖੋ ਇੰਨੇ ਡਿਪੈਂਡ ਹੋ ਗਏ ਆ ਇੱਕ ਹੀ ਗ੍ਰੇਨ ਤੇ ਕਿ ਅਸੀਂ ਆਟੇ ਨੂੰ ਆਪਾਂ ਕਹਿੰਦੇ ਆਟਾ ਦੇ ਆਟਾ ਮਤਲਬ ਕਣਕ ਦਾ ਆਟਾ, ਮਿਲਟ ਦਾ ਆਟਾ, ਰਾਗੀ ਦਾ ਆਟਾ, ਬਾਜਰੇ ਦਾ ਆਟਾ, ਸਾਰੇ ਆਟੇ ਨੇ। ਆਟਾ ਕੀ ਹੈ? ਗ੍ਰੇਨ ਦਾ, ਸੀਰੀਅਲ ਦਾ ਪਾਊਡਰ, ਜਿਹਨੂੰ ਆਪਾਂ ਕਿਸੇ ਵੀ ਫਾਰਮ ਦੇ ਵਿੱਚ ਪਾਣੀ ਨਾਲ ਗੁੰਨ ਕੇ ਉਹਦੇ ਚਾਹੇ ਅਸੀਂ ਸਮੋਸੇ ਬਣਾ ਲਈਏ, ਚਾਹੇ ਉਹਦੀ ਰੋਟੀ ਬਣਾ ਲਈਏ, ਪਰੌਂਠਾ ਉਹਨੂੰ ਫਰਮੈਂਟ ਕਰਕੇ ਉਹਦਾ ਕੀ ਕਹਿੰਦੇ ਨੇ ਭਟੂਰਾ ਬਣਾ ਲਈਏ, ਕੁਲਚਾ ਬਣਾ ਲਈਏ। ਸੋ ਇਟ ਇਜ਼ ਔਨ ਅਸ, ਬਟ ਦ ਪ੍ਰੋਬਲਮ ਇਜ਼ ਨੋਟ ਆਟਾ, ਪ੍ਰੋਬਲਮ ਇਜ਼ ਓਨਲੀ ਵਨ ਗ੍ਰੇਨ। ਮੈਂ ਇਹ ਵੀ ਨਹੀਂ ਕਹਾਂਗਾ ਵੀਟ ਮਾੜੀ ਹੈ, ਕਿਉਂ? ਆਪਾਂ ਵੀਟ ਵੀ ਤਾਂ ਖਾਂਦੇ ਰਹੇ ਹਾਂ, ਸਾਡੇ ਬਜ਼ੁਰਗ ਕਣਕ ਖਾ ਕੇ ਤਗੜੇ ਹੋਏ ਨੇ,
ਪਰ ਹੁਣ ਜਿਹੜੀ ਕਣਕ ਆਉਂਦੀ ਹੈ ਉਹ ਬਹੁਤ ਹਾਈਬ੍ਰਿਡ ਆਉਂਦੀ ਆ। ਅੱਜ ਕੱਲ੍ਹ ਤਾਂ ਹੁਣ GMO ਵੀ ਆਉਣ ਲੱਗ ਪਏ, ਜੈਨੇਟਿਕਲੀ ਮੋਡੀਫਾਈਡ ਵੀ ਆਉਣ ਲੱਗ ਪਈ। ਉਹਦੇ ਵਿੱਚ ਕੀ ਹੁੰਦਾ ਹੈ, ਕਿਉਂਕਿ ਬੇਕਿੰਗ ਇੰਡਸਟਰੀ ਨੂੰ ਗਲੂਟਨ ਜ਼ਿਆਦਾ ਚਾਹੀਦਾ ਕਣਕ ਦੇ ਵਿੱਚ, ਸੋ ਹਾਈਬ੍ਰਿਡਾਈਜੇਸ਼ਨ ਇੱਦਾਂ ਕੀਤੀ ਜਾਂਦੀ ਹੈ ਕਿ ਗ੍ਰੇਨ ਦੇ ਵਿੱਚ ਗਲੂਟਨ ਦੀ ਮਾਤਰਾ ਜ਼ਿਆਦਾ ਹੋਵੇ। ਹੁਣ ਗਲੂਟਨ ਕੀ ਹੈ, ਇੱਕ ਸਟਿੱਕੀ ਪ੍ਰੋਟੀਨ, ਗੂੰਦ। ਜਦੋਂ ਆਪਾਂ ਬੋਡੀ ਦੇ ਅੰਦਰ ਹਰ ਫਾਰਮ, ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਮੈਂ ਤੁਹਾਡਾ ਥੋੜਾ ਜਿਹਾ ਪਰਸਨਲ ਲਾਈਫ ਸ਼ੇਅਰ ਕਰਾਂ। ਮੈਂ ਹੁਣ ਬ੍ਰੇਕਫਾਸਟ ਦੇ ਵਿੱਚ ਪਰੌਂਠਾ ਖਾਦਾ, ਹੁਣ ਇਸ ਟਾਈਮ ਤੇ ਮੈਡਮ ਸੋਚ ਰਹੀ ਸੀ ਕਿ ਸ਼ਾਇਦ ਮੈਂ ਸੈਂਡਵਿਚ ਖਾ ਲਵਾਂ, ਰਾਤੀ ਮੈਡਮ ਕਹਿੰਦੇ ਸੀ ਸ਼ਾਇਦ ਮੈਂ ਜਾਂ ਭਟੂਰੇ ਛੋਲੇ ਖਾ ਲਵਾਂ ਤੇ ਬਾਹਰੋਂ ਕੁਝ ਨੂਡਲਸ ਪਾਸਤਾ ਖਾ ਲਵਾਂ। ਹੁਣ ਜਦੋਂ ਇਹ ਚੀਜ਼ਾਂ ਦੇ ਵਿੱਚ ਹੈ ਕਿ ਕਣਕ ਹੀ ਹੈ ਸਾਰੀ, ਤੁਸੀਂ ਸਪੋਜ਼ ਕਰੋ ਅੱਜ ਖਾ ਲਿਆ, ਕੱਲ ਖਾ ਲਿਆ, ਪਰਸੋਂ ਖਾ ਲਿਆ, ਜੇ ਤੁਸੀਂ ਸਪੋਜ਼ ਕਰੋ ਮਹੀਨਾ ਕਣਕ ਹੀ ਖਾਧੀ ਤਾਂ ਤੁਸੀਂ ਯੂ ਆਰ ਸਟਕ। ਤੁਸੀਂ ਜਿਹੜੇ ਪੌਸ਼ਟਿਕ ਤੱਤਵ ਬਾਕੀ ਗ੍ਰੇਨਸ ਤੋਂ ਆਉਣੇ ਸੀ ਉਹ 'ਚੋਂ ਤੁਸੀਂ ਦੂਰ ਹੋ ਗਏ। ਔਨ ਦਾ ਅਦਰ ਹੈਂਡ ਇਹਦੇ ਵਿੱਚ ਹੁਣ ਗਲੂਟਨ ਜ਼ਿਆਦਾ ਹੈ, ਕਿਉਂ ਤੁਹਾਨੂੰ ਤੁਸੀਂ ਨੇ ਡੀਪ ਨਹੀਂ ਤੁਹਾਨੂੰ ਪਤਾ, ਉਹ ਗਲੂਟਨ ਤੁਹਾਡੀ ਬੋਡੀ ਦੇ ਅੰਦਰ ਜਾਈ ਜਾ ਰਿਹਾ। ਕੱਲ੍ਹ ਨੂੰ ਜੇ ਤੁਸੀਂ ਇਹਨੂੰ ਬਹੁਤ ਜ਼ਿਆਦਾ ਮਾਤਰਾ 'ਚ ਖਾਓਗੇ, ਹੋਏਗਾ ਕਿ ਗਲੂਟਨ ਦੀ ਤੁਹਾਡੀ ਬੋਡੀ ਦੇ ਵਿੱਚ ਇਨਟੇਕ ਜ਼ਿਆਦਾ ਹੋਗੀ, ਬੋਡੀ ਨੂੰ ਇਹ ਨਹੀਂ ਪਤਾ ਲੱਗੇਗਾ ਕਿ ਗਲੂਟਨ ਮੇਰਾ ਪਾਰਟ ਹੈ ਜਾਂ ਬਾਹਰ ਦਾ ਪਾਰਟ ਹੈ, ਉਹ ਨਾਲ ਲੜਨ ਲੱਗ ਪਏਗੀ। ਜਦੋਂ ਲੜਨ ਲੱਗ ਪਏਗੀ, ਇਹਨੂੰ એનર્ਜੀ ਦੇ ਵਿੱਚ ਕਨਵਰਟ ਨਹੀਂ ਕਰੇਗੀ, ਤਾਂ ਹੋਏਗਾ ਕਿ ਅਸੀਂ ਐਲਰਜਿਕ ਹੋ ਜਾਵਾਂਗੇ ਟੁਵਰਡਸ ਗਲੂਟਨ, ਜਿਹਨੂੰ ਆਪਾਂ ਕਹਿੰਦੇ ਹਾਂ ਵੀਟ ਐਲਰਜੀ। ਬਹੁਤ ਸਾਰੇ ਲੋਕ ਅੱਜ ਕੱਲ ਇਹ ਤੋਂ ਮੈਨੂੰ ਲੱਗਦਾ ਪ੍ਰਭਾਵਿਤ ਵੀ ਹੈ। ਬਹੁਤ ਮੈਮ, ਇਹਦੇ ਨਾਲ ਰੈਸ਼ੇਜ਼ ਹੋ ਜਾਂਦੇ ਨੇ, ਡਾਇਰੀਆ ਹੋ ਜਾਂਦਾ ਹੈ, ਸਵੈਲਿੰਗਸ, ਕਣਕ ਮੂੰਹ ਦੇ ਮਤਲਬ ਤੁਸੀਂ ਤੁਹਾਡਾ ਆਟਾ ਨੇੜੇ ਲੱਗਿਆ ਤਾਂ ਅੱਖਾਂ ਦੇ ਤੋਂ ਸਵੈਲਿੰਗਸ ਹੋ ਜਾਏਗੀ। ਬੱਚਿਆਂ ਦੇ ਵਿੱਚ, ਛੋਟੇ ਛੋਟੇ ਬੱਚਿਆਂ ਦੇ ਵਿੱਚ ਇਹ ਹੁਣ ਮੈਮ ਇੰਨੀ ਪ੍ਰੋਬਲਮ ਆਉਣ ਲੱਗ ਪਈ ਕਿ DNA ਜਾਣ ਲੱਗ ਪਈ ਹੈ, ਕਿ ਜੰਮਦੇ ਬੱਚਿਆਂ 'ਚ ਵੀ ਇਹ ਪ੍ਰੋਬਲਮ ਆਉਣ ਲੱਗ ਪਈ ਹੈ। ਸੋ ਵਟ ਵੀ ਨੀਡ ਮਿਕਸ ਆਫ ਗ੍ਰੇਨਸ, ਵੀ ਸ਼ੁੱਡ ਚੇਂਜ ਗ੍ਰੇਨਸ। ਤੁਸੀਂ ਕਣਕ ਖਾਓ, ਰਾਈਸ ਖਾਓ, ਕੋਸ਼ਿਸ਼ ਕਰੋ ਰਿਫਾਈਨਡ ਚੀਜ਼ ਨਾ ਖਾਓ ਜ਼ਿਆਦਾ, ਬਿਕੋਜ਼ ਉਹ 'ਚ ਬੋਡੀ ਦਾ ਜ਼ੋਰ ਨਹੀਂ ਲੱਗਦਾ। ਜਿਵੇਂ ਕਿ ਮੈਦਾ, ਵਾਈਟ ਰਾਈਸ, ਵੀ ਕੈਨ ਈਟ, ਇਹ ਨਹੀਂ ਕਿ ਗਲਤ ਨੇ। ਇਹ ਜਿਹੜਾ ਬੰਦਾ ਇਹਨੂੰ ਗਾਲਾਂ ਕੱਢ ਰਿਹਾ ਉਹ ਗਲਤ ਹੈ। ਤੁਹਾਨੂੰ ਮਿਕਸਡ ਆਫ ਗ੍ਰੇਨਸ ਖਾਣੇ ਚਾਹੀਦੇ। ਕਦੇ ਤੁਸੀਂ ਕੋਦਰੇ ਦੀ ਰੋਟੀ ਖਾ ਲਓ, ਕਦੇ ਤੁਸੀਂ ਬਾਜਰੇ ਦੀ ਰੋਟੀ ਖਾ ਲਓ, ਕਦੇ ਮੱਕੀ ਦਾ ਆਟਾ, ਤਾਂ ਹੀ ਸਾਡੇ ਬਜ਼ੁਰਗ ਮੱਕੀ ਦਾ ਆਟਾ ਖਾਂਦੇ ਰਹੇ। ਮੱਕੀ ਖਾ ਲਓ, ਮੱਕੀ ਖਾ ਲਈ, ਉਸ ਪਰ ਅਲੱਗ-ਅਲੱਗ ਤਰ੍ਹਾਂ ਦੇ ਗ੍ਰੇਨਸ ਨੇ। ਐਮਰੰਥ, ਜਿਹੜਾ ਆਪਾਂ ਗਿਰਾ ਵੀ ਕਹਿੰਦੇ, ਜਿਹਦੀ ਆਪਣੀ ਸੀਲ ਦੇ ਮਰੁੰਡੇ ਹੁੰਦੇ ਨੇ, ਸੀਲ ਦਾ ਆਟਾ, ਦੈਟ ਇਜ਼ ਜੇ ਗ੍ਰੇਨਸ ਦੀ ਆਪਾਂ ਗੱਲ ਕਰੀਏ, ਸਭ ਤੋਂ ਜ਼ਿਆਦਾ ਪ੍ਰੋਟੀਨ ਐਮਰੰਥ ਦੇ ਵਿੱਚ ਹੈ। ਸੋ ਕਹਿਣ ਦਾ ਮਤਲਬ ਜਦੋਂ ਤੁਸੀਂ ਗ੍ਰੇਨਸ ਚੇਂਜ ਕਰਦੇ ਹੋ, ਤੇ ਸਾਡੇ ਮੈਮ ਸੰਸਕ੍ਰਿਤੀ ਦਾ ਇਹ ਪਾਰਟ ਹੈ। ਅੱਜ ਕੱਲ੍ਹ ਦੇਖੋ ਤੁਸੀਂ ਇਹ ਫਾਸਟ ਚੱਲ ਰਹੇ ਨੇ ਨਵਰਾਤਰੇ ਦੇ, ਇਹਦੇ ਵਿੱਚ ਕੀ ਹੈ, ਤੁਸੀਂ ਕਣਕ ਨਹੀਂ ਖਾਣੀ। ਕਿਉਂ ਨਹੀਂ ਖਾਣੀ? ਇਸੇ ਕਰਕੇ ਉਹਨਾਂ ਨੇ ਇੱਕ ਆਸਥਾ ਨਾਲ ਜੋੜਤਾ, ਤੁਸੀਂ ਸਵਾਂਗ ਖਾਓ। ਵਟ ਇਜ਼ ਸਵਾਂਗ? ਸਵਾਂਗ ਦਾ ਜੇ ਇੰਗਲਿਸ਼ ਨੇਮ ਮੈਂ ਗੱਲ ਕਰਾਂ, ਦੈਟ ਇਜ਼ ਬਾਰਨਯਾਰਡ ਮਿਲਟ। That is one of a positive millet. ਕੋਡੋ ਮਿਲਟ, ਫੌਕਸਟੇਲ ਮਿਲਟ, ਬਰਾਊਨ ਟੌਪ ਮਿਲਟ, ਲਿਟਲ ਮਿਲਟ, ਇਹ ਪੋਜ਼ਿਟਿਵ ਗ੍ਰੇਨਸ ਨੇ। ਉਸ ਤੋਂ ਬਾਅਦ ਨਿਊਟਰਲ ਵੱਲ ਚੱਲੀਏ, ਬਾਜਰਾ ਹੋ ਗਿਆ, ਰਾਗੀ ਹੋ ਗਿਆ, ਫਿੰਗਰ ਮਿਲਟ। ਤੇ ਜੇ ਆਪਾਂ ਹੁਣ ਹੋਰ ਗ੍ਰੇਨਸ ਵੱਲ ਚੱਲੀਏ, ਫਿਰ ਵੀਟ ਆ ਗਏ, ਰਾਈਸ ਆ ਗਏ, ਜੌ ਆ ਗਏ। ਤੇ ਕਿਉਂ ਅਸੀਂ ਜਿਹੜੀ ਹੁਣ ਇਹ ਜੌ ਉਗਾਵਾਂਗੇ ਜਦੋਂ ਇਹ ਦੀਵਾਲੀ ਆਉਂਦੀ ਹੈ? ਤੁਸੀਂ ਦੇਖੋ ਫਾਸਟਿੰਗ ਤੋਂ ਬਾਅਦ, 9 ਰਾਤਰਿਆਂ ਤੋਂ ਬਾਅਦ 9 ਦਿਨ ਲੱਗਦੇ ਨੇ ਕਣਕ ਨੂੰ ਜਾਂ ਜੌ ਨੂੰ ਇੱਕ ਗ੍ਰਾਸ ਬਣਨ ਦੇ ਵਿੱਚ। ਉਹਨੂੰ ਸਾਨੂੰ ਹੁਣ ਇਹ ਨਹੀਂ ਪਤਾ ਉਹਦਾ ਕਰਨਾ ਕੀ, ਉਹਨੂੰ ਕੁੱਟ ਕੇ ਉਹਦਾ ਜੂਸ ਪੀ ਲਓ ਤਾਂ ਤੁਹਾਡੀ ਸਾਰੀ ਬੋਡੀ ਡੀਟੌਕਸ ਹੋ ਜਾਏਗੀ। ਦੈਟ ਇਜ਼ ਵੀਟ ਗ੍ਰਾਸ। ਉਹੀ ਚੀਜ਼ਾਂ ਨੇ ਮੈਮ। ਗਰਮੀ ਦੇ ਵਿੱਚ ਵੈਸੇ ਵੀ ਅਸੀਂ ਚਾਹੁੰਦੇ ਕਿ ਸਾਡੀ ਬੋਡੀ ਡੀਟੌਕਸ ਰਵੇ ਨਾ। ਸੋ ਹੁਣ ਗਰਮੀਆਂ ਵੀ ਆ ਰਹੀਆਂ ਨੇ, ਸੋ ਬਹੁਤ ਸਾਰੇ ਲੋਕ ਸ਼ਰਬਤ ਪੀਣਾ ਚਾਹੁੰਦੇ ਨੇ, ਬਹੁਤ ਸਾਰੇ ਲੋਕ ਸ਼ੇਕਸ ਪੀਣਾ ਚਾਹੁੰਦੇ ਨੇ, ਹੈ ਨਾ। ਵੀ ਉਹਦੇ ਬਾਰੇ ਵੀ ਜ਼ਰੂਰ ਦੱਸੋ ਕਿ ਇੱਦਾਂ ਦੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਨੈਚੁਰਲੀ ਡੀਟੌਕਸ ਕਰ ਸਕਦੀਆਂ ਨੇ। ਮੈਮ ਜਦੋਂ ਆਪਾਂ ਨੈਚੁਰਲ ਡੀਟੌਕਸੀਕੇਸ਼ਨ ਬਾਰੇ ਗੱਲ ਕਰਦੇ ਹਾਂ, ਡੀਟੌਕਸ ਕੀ ਹੈ, ਟੌਕਸਿਕ ਚੀਜ਼ਾਂ ਕੀ ਨੇ? ਪ੍ਰਦੂਸ਼ਣ ਹੋ ਗਿਆ, ਕੋਈ ਡਾਈ ਵਗੈਰਾ ਤੁਸੀਂ ਲਾਈ ਉਹ ਤੁਹਾਡੇ ਮੂੰਹ ਚਲੀ ਗਈ, ਸੋ ਇਹ ਚੀਜ਼ਾਂ ਟੌਕਸਿਨਸ ਨੇ। ਇਹਨਾਂ ਨੂੰ ਕੱਢਣ ਵਾਸਤੇ ਸਾਡੀ ਬੋਡੀ ਕੀ ਕਰਦੀ ਹੈ? ਸਾਡੀ ਬੋਡੀ ਜੋੜ ਲਾਉਂਦੀ ਹੈ। ਉਹਨੂੰ ਹੈਲਪ ਕਰਨ ਵਾਸਤੇ ਅਸੀਂ ਕੀ ਕਰਨਾ ਹੈ? ਜਿਵੇਂ ਮਿਲਟਸ ਨੇ, ਮਿਲਟਸ ਜੇ ਮੈਂ ਗੱਲ ਕਰਾਂ, ਹਰ ਮਿਲਟ ਦਾ ਅਲੱਗ ਡੀਟੌਕਸ ਸੈਕਸ਼ਨ ਹੈ। ਕੋਈ ਬਲੱਡ ਸਾਫ਼ ਕਰਦਾ ਹੈ, ਕੋਈ ਬੋਨ ਮੈਰੋ ਕਰਦਾ ਹੈ, ਕੋਈ ਹੱਡੀਆਂ ਸਾਫ਼ ਕਰਦਾ ਹੈ, ਕੋਈ ਟਿਸ਼ੂਜ਼ ਨੂੰ ਸਾਫ਼ ਕਰਦਾ ਹੈ। ਸਿਮਿਲਰਲੀ ਜੇ ਆਪਾਂ ਡੀਟੌਕਸ ਦੀ ਗੱਲ ਕਰੀਏ, ਸਾਡੇ ਕੋਲ ਮੋਰਿੰਗਾ, ਵੀਟ ਗ੍ਰਾਸ, ਇਹ ਸਭ ਸਾਡੀ ਡੀਟੌਕਸੀਫਿਕੇਸ਼ਨ ਦੀਆਂ ਚੀਜ਼ਾਂ ਹੈ। ਜਿਹੜਾ ਇਹਦਾ ਹਰਾ ਰੰਗ ਹੈ, ਦੈਟ ਇਜ਼ ਕਲੋਰੋਫਿਲ। ਤੁਸੀਂ ਜਿੰਨੇ ਵੀ ਅੱਜ ਕੱਲ੍ਹ ਤਾਂ ਗੂਗਲ ਤੇ ਇਟਸ ਵੈਰੀ ਈਜ਼ੀ, ਤੁਸੀਂ ਸਿੰਪਲ ਇੱਕ ਸਰਚ ਕਰੋ ਗੂਗਲ ਤੇ, ਕੈਮੀਕਲ ਸਟਰਕਚਰ ਆਫ ਕਲੋਰੋਫਿਲ ਐਂਡ ਕੈਮੀਕਲ ਸਟਰਕਚਰ ਆਫ ਰੈੱਡ ਬਲੱਡ ਸੈੱਲ, ਤੇ ਤੁਸੀਂ ਉਹਨਾਂ ਦੋਨਾਂ ਦੇ ਵਿੱਚ ਸਿਮਿਲੈਰਿਟੀ ਦੇਖੋ। ਸਿਰਫ ਇੱਕ ਡਿਫਰੈਂਸ ਹੋਏਗਾ ਕਿ ਇਹਦੇ ਵਿੱਚ ਜਿਹੜਾ ਸੈਂਟਰਲ ਆਇਰਨ ਹੈ ਉਹ ਦੈਟ ਇਜ਼ ਮੈਗਨੀਸ਼ੀਅਮ। ਜਦੋਂ ਤੁਸੀਂ ਇਹਨੂੰ ਕਲੋਰੋਫਿਲ ਨੂੰ ਵਧਾਇਆ ਬੋਡੀ ਦੇ ਅੰਦਰ, ਇਹਨੇ ਕੀ ਤੁਹਾਡੀ ਬੋਡੀ ਆਕਸੀਜਨੇਟ ਹੋ ਜਾਣੀ ਹੈ, ਤੁਹਾਡੀ ਬੋਡੀ ਵਿੱਚ ਆਕਸੀਜਨ ਜ਼ਿਆਦਾ ਆਏਗੀ, એનર્ਜੀ ਲੈਵਲ ਜ਼ਿਆਦਾ ਆਏਗਾ। ਆਕਸੀਜਨੇਟਿਡ ਏਰੀਆ ਦੇ ਵਿੱਚ ਤੁਹਾਡੇ ਜਿਹੜੇ ਬਿਮਾਰੀਆਂ ਨਹੀਂ ਪੈਦਾ ਹੁੰਦੀਆਂ, ਡੀਆਕਸੀਜਨੇਟਿਡ ਦੇ ਵਿੱਚ ਹੁੰਦੀਆਂ ਹੈਗੀਆਂ। ਸੋ ਜਦੋਂ ਤੁਸੀਂ ਇਹ ਪੀਓਗੇ, ਤੁਹਾਡਾ 2 ਦਿਨ ਦੇ ਵਿੱਚ ਹੀਮੋਗਲੋਬਿਨ 2 ਪੁਆਇੰਟ 3 ਪੁਆਇੰਟ ਵੀ ਵੱਧ ਸਕਦਾ ਹੈ। 5-6 ਦਿਨ ਲਗਾਤਾਰ ਪੀਓਗੇ, ਤੁਹਾਡਾ ਹੀਮੋਗਲੋਬਿਨ ਅਪ ਹੋ ਜਾਏਗਾ, ਤੁਹਾਡੀ ਬੋਡੀ ਦੀ ਐਸਿਡਿਟੀ ਖਤਮ ਹੋ ਜਾਏਗੀ, ਯੂ ਵਿਲ ਫੀਲ ਮੋਰ એનર્ਜੈਟਿਕ, ਸਾਹ ਚੜਨਾ ਘਟ ਜਾਏਗਾ। ਹੁਣ ਇਹਨਾਂ ਚੀਜ਼ਾਂ ਤੋਂ ਆਪਾਂ ਕਿਉਂ ਦੌੜਦੇ ਹਾਂ? ਜਿਵੇਂ ਆਪਾਂ ਕਿਉਂ ਹੈ ਨਾ, ਆਪਣਾ ਪ੍ਰੋਵਰਬ ਹੈ, ਨੀਮ ਹਕੀਮ ਖਤਰਾਏ ਜਾਨ। ਕਿਉਂਕਿ ਬਹੁਤ ਸਾਰੇ ਲੋਕੀ ਇਹਨਾਂ ਚੀਜ਼ਾਂ ਨੂੰ ਐਵੇਂ ਹੀ ਤਰੀਕੇ ਨਾਲ ਦੇਈ ਜਾਂਦੇ ਨੇ। ਮਿਕਸ ਕਰਤਾ, ਮਿਕਸੀ 'ਚ ਘੁਮਾ ਕੇ ਦੇਤਾ, ਕੋਈ ਵੀ ਜੂਸਿਸ ਮਿਕਸ ਕਰਕੇ ਦੇਤੇ, ਕੋਈ ਦੀ ਤਸੀਰ ਦਾ ਧਿਆਨ ਨਹੀਂ ਦਿੱਤਾ। ਜ਼ਰੂਰ ਇਹੀ ਸਵਾਲ ਸੀਗਾ ਮੇਰਾ ਅਗਲਾ, ਕਿਉਂਕਿ ਨਾ ਜਦੋਂ ਅਸੀਂ ਸਿਹਤ ਲਈ ਆਉਂਦੇ ਨਾ, ਸਾਨੂੰ ਲੱਗਦਾ ਕਿ ਜਿਹੜੀ ਚੀਜ਼ ਸਿਹਤ ਲਈ ਫਾਇਦੇਮੰਦ ਹੈ ਨਾ, ਉਹ ਕੌੜੀ ਹੋਏਗੀ, ਉਹ ਸਵਾਦ ਨਹੀਂ ਹੋਏਗੀ। ਕਿਉਂਕਿ ਨਾ ਜਦੋਂ ਹੁਣ ਮੈਂ ਆ ਜਾਂ ਛੋਟਾ ਬੱਚਾ ਨਾ, ਅਸੀਂ ਸਵਾਦ ਵੱਲ ਜ਼ਿਆਦਾ ਨੱਠਦੇ ਹਾਂ। ਅਸੀਂ ਚਟਕੋਰੇ ਇੰਨੇ ਹੋ ਗਏ ਨਾ ਕਿ ਹਰ ਚੀਜ਼ 'ਚ ਸਵਾਦ ਭਾਲਦੇ ਹਾਂ। ਇਹਨੂੰ ਤੁਸੀਂ ਟੇਸਟੀ ਬਣਾ ਸਕਦੇ ਹੋ। ਕਿਵੇਂ? ਥੋੜਾ ਪਾਣੀ ਪਾ ਲਿਆ, ਥੋੜਾ ਵਿੱਚ ਖੀਰੇ ਦਾ ਜੂਸ ਪਾ ਲਿਆ, ਐਲਕਲਾਈਨ ਚੀਜ਼ਾਂ ਪਾ ਲਈਆਂ। ਕੋਈ ਇਹਦਾ ਓਵਰਆਲ ਇੰਪੈਕਟ ਬੋਡੀ ਤੇ ਐਲਕਲਾਈਨ ਹੈ।
ਸੋ ਇਟ ਇਜ਼ ਵੈਰੀ ਟੇਸਟੀ। ਹੁਣ ਤੁਸੀਂ ਮਿਲਟਸ ਦਾ ਆਟਾ ਤੁਸੀਂ ਬਣਾਓ, ਮਿਲਟਸ ਦਾ ਆਟਾ ਤੁਸੀਂ ਗ੍ਰਾਈਂਡ ਕੀਤਾ, ਉਹਦੇ ਵਿੱਚ ਤੁਸੀਂ ਘਰ ਦੀ ਕੋਈ ਬਣੀ ਹੋਈ ਸਬਜ਼ੀ ਗੁੰਨ ਕੇ ਖਾਓ, ਤੁਹਾਨੂੰ ਉਸ ਤੋਂ ਟੇਸਟੀ ਕੋਈ ਚੀਜ਼ ਨਹੀਂ ਮਿਲੇਗੀ। ਉਹਦੇ ਤੁਸੀਂ ਚਾਵਲ ਬਣਾ ਕੇ ਸਬਜ਼ੀ ਨਾਲ ਖਾਓ, ਜਿਵੇਂ ਮਰਜ਼ੀ ਟੇਸਟੀ ਕਰੋ, ਪਰ ਜਿਹੜੇ ਤੁਸੀਂ ਮੈਮ ਸਵਾਦ ਦੀ ਗੱਲ ਕਰ ਰਹੇ ਹੋ ਨਾ, ਉਹ ਵੀ ਫੈਕਟਰੀ 'ਚ ਬਣਿਆ ਹੋਇਆ ਤੇ ਉਹ ਲੈਬੋਰਟਰੀ 'ਚ ਬਣਿਆ ਹੋਇਆ। ਉਹਦੇ ਅੰਦਰ ਹੁਣ ਜ਼ਿਆਦਾਤਰ ਜਿਹੜੀਆਂ ਚਾਈਨੀਜ਼ ਆਈਟਮ ਹੈ, ਹੁਣ ਲੋਕ ਬੱਚਿਆਂ ਦਾ ਸਾਡਿਆਂ ਦਾ ਕੀ ਮਨ ਕਰਦਾ ਖਾਣ ਦਾ ਕਿ ਚਾਈਨੀਜ਼ ਨੂਡਲਸ ਖਾ ਲਓ, ਸਪਰਿੰਗ ਰੋਲ ਖਾ ਲਓ। ਸਿਮਿਲਰਲੀ ਚੀਨੀ, ਹੁਣ ਇੱਕ ਚੀਜ਼ ਨੂੰ ਟੇਸਟੀ ਬਣਾਉਣਾ, ਉਹ 'ਚ ਚੀਨੀ ਦੀ ਚੀਨੀ ਪਾਈ ਚੱਲੋ। ਉਹਦੇ ਨਾਲ ਕੀ ਹੁੰਦਾ, ਅਸੀਂ ਕੇਕਸ ਖਾਂਦੇ ਹਾਂ ਸ਼ੌਂਕ ਨਾਲ ਹੀ ਖਾਂਦੇ ਹਾਂ। ਉਹ ਚੀਨੀ ਕੀ ਹੈ, ਇੰਨੀ ਰਿਫਾਈਨਡ ਸ਼ੂਗਰ ਹੈ, ਸਲਫਰ ਨਾਲ ਵਾਸ਼ਡ ਹੈ, ਉਹਨੇ ਹੱਡੀਆਂ ਵੀ ਗਾਲਣੀ ਹੈ, ਤੁਹਾਨੂੰ ਅਲਟੀਮੇਟਲੀ ਬਲੱਡ ਦੇ ਵਿੱਚ ਸ਼ੂਗਰ ਲੈਵਲ ਇੱਕਦਮ ਸਪਾਈਕ ਅਪ ਹੋਏਗਾ, ਇਨਸੂਲਿਨ ਲੈਵਲ ਇੱਕਦਮ ਵਧਣਗੇ, ਪੈਨਕ੍ਰੀਆਸ ਵੀਕ ਹੋਣਗੇ, ਉਹਦੇ ਨਾਲ ਕੀ ਹੋਏਗਾ, ਡਾਇਬਟੀਜ਼ ਹੋਏਗੀ। ਸੋ ਬਾਅਦ 'ਚੋਂ ਅਸੀਂ ਗਾਲਾਂ ਕਿਹਨੂੰ ਕੱਢਦੇ ਹਾਂ, ਕਿਸੇ ਹੋਰ ਨੂੰ ਜਾਂ ਚੀਜ਼ਾਂ ਨੂੰ। ਇਹ ਪ੍ਰੋਬਲਮ ਇਜ਼ ਵੀ ਆਰ ਨਾਟ ਅਵੇਅਰ ਅਬਾਊਟ ਵਟ ਵੀ ਆਰ ਈਟਿੰਗ ਐਂਡ ਵੀ ਸ਼ੁੱਡ ਬੀ, ਐਂਡ ਇਟ ਇਜ਼ ਨਾਟ ਡਿਫੀਕਲਟ। ਮੈਮ ਇੱਕ ਵਾਰ ਦੀ ਗੱਲ ਹੈ, ਮੈਂ 5 ਮਹੀਨੇ 6 ਮਹੀਨੇ ਹੋ ਗਏ ਮੈਂ ਕਣਕ ਨੂੰ ਨਹੀਂ ਹੱਥ ਲਾਇਆ। ਕਿਉਂ? ਕਿਉਂਕਿ ਮੈਨੂੰ ਪਤਾ ਮੈਂ ਵੀਟ ਇੰਨੇ ਦੇਰ ਤੋਂ ਖਾਂਦਾ ਰਿਹਾ, ਹੁਣ ਮੈਂ ਗ੍ਰੇਨਸ ਚੇਂਜ ਕਰਕੇ ਖਾਵਾਂ। ਆਈ ਐਮ ਐਕਟਿਵ, ਆਈ ਐਮ ਬੈਟਰ, weight loss ਹੈਲਪ ਹੁੰਦਾ ਹੈਗਾ, ਤੁਸੀਂ ਸਟਰੋਂਗ ਫੀਲ ਕਰਦੇ ਹੋ, ਤੇ ਇਟ ਇਜ਼ ਨਾਟ ਡਿਫੀਕਲਟ ਐਂਡ ਇਟ ਇਜ਼ ਵੈਰੀ ਟੇਸਟੀ। ਮੈਂ ਗੱਲ ਕਰ ਰਹੀ ਹਾਂ ਕਿ ਸਵਾਦ ਵੀ ਜੇ ਜ਼ਰੂਰੀ, ਸਾਡੇ ਜੀਭ ਲੱਗੀ ਹੋਈ ਹੈ, ਸਵਾਦ ਜ਼ਰੂਰੀ ਹੈ। ਅਸੀਂ ਹੁਣ ਹੈਲਦੀ ਚੀਜ਼ ਨੂੰ ਕਿਵੇਂ ਸਵਾਦਿਸ਼ਟ ਬਣਾਉਣਾ ਹੈ ਤੇ ਕਿਵੇਂ ਉਹਨੂੰ ਆਪਣੇ ਫੈਮਿਲੀ ਨੂੰ, ਆਪਣੇ ਬੱਚਿਆਂ ਨੂੰ ਦੇਣਾ ਹੈ, ਉਹਦੇ ਵਾਸਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਮਿੰਕ ਆਰਗੈਨਿਕਸ। ਔਰ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਇੰਨੀ ਖੂਬਸੂਰਤ ਜਾਣਕਾਰੀ ਸਾਂਝੀ ਕਰਨ। ਥੈਂਕ ਯੂ। ਸੋ ਜਿਹੜੀਆਂ ਹੈਲਦੀ ਚੀਜ਼ਾਂ ਨੇ ਉਹ ਵੀ ਸਵਾਦਿਸ਼ਟ ਹੋ ਸਕਦੀਆਂ ਨੇ, ਕਿਵੇਂ ਹੋ ਸਕਦੀਆਂ ਨੇ, ਮਿੰਕ ਆਰਗੈਨਿਕਸ ਤੁਸੀਂ ਪਹੁੰਚ ਕੇ ਜ਼ਰੂਰ ਪਤਾ ਕਰ ਸਕਦੇ ਹੋ। ਔਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਡੀ ਸਿਹਤ ਦੇ ਲਈ ਫਾਇਦੇਮੰਦ ਨੇ, ਉਹ ਸਭ ਚੀਜ਼ਾਂ ਤੁਸੀਂ ਇੱਥੇ ਪਹੁੰਚ ਕੇ ਪਤਾ ਕਰ ਸਕਦੇ ਹੋ। ਔਰ ਬਾਕੀ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਨੇ, ਜਿਵੇਂ ਅੱਜ ਹੀ ਸਭ ਕੁਝ ਦੱਸਾਂ ਤਾਂ ਮੈਨੂੰ ਲੱਗਦਾ ਕਿ ਸਮਾਂ ਥੋੜਾ ਪੈ ਜਾਣਾ, ਕਿਉਂਕਿ ਇੱਥੇ ਬਿਸਕਿਟਸ ਤੋਂ ਲੈ ਕੇ ਬਿਊਟੀ ਤੋਂ ਲੈ ਕੇ ਸਭ ਚੀਜ਼ਾਂ ਜਿਹੜੀਆਂ ਨੇ ਅਵੇਲੇਬਲ ਆ, ਜੋ ਤੁਹਾਡੀ ਜ਼ਿੰਦਗੀ ਨੂੰ ਜਿਹੜਾ ਹੈ ਹੋਰ ਵਧੀਆ ਤੌਰ ਤਰੀਕੇ ਦੇ ਨਾਲ ਤੁਹਾਨੂੰ ਜੀਣਾ ਸਿਖਾਉਂਦੀਆਂ ਨੇ ਔਰ ਤੁਹਾਨੂੰ ਸਿਹਤ ਪ੍ਰਤੀ ਜਾਗਰੂਕ ਕਰਦੀਆਂ ਨੇ। ਫਿਲਹਾਲ ਦੇ ਲਈ ਇੰਨਾ ਹੀ। ਕੈਮਰਾਮੈਨ ਅਵੀ ਦੇ ਨਾਲ ਮੈਂ ਅਮਨਦੀਪ, 1 ਇੰਡੀਆ ਪੰਜਾਬੀ। Subscribe to 1 India channel and never miss an update.